Good morning, dear students. Beta, welcome to virtual classes of Century International School. Fourth class. ਬੇਟਾ ਅੱਜ ਆਪਾਂ EVS ਇਨਵਾਇਰਮੈਂਟਲ ਸਟੱਡੀ ਦਾ ਲੈਕਚਰ ਨੰਬਰ 2 ਕਰਨ ਜਾ ਰਹੇ ਹਾਂ। ਸੋ ਸਾਰੇ ਜਾਣੇ ਆਪਣੀਆਂ ਆਪਣੀਆਂ ਬੁੱਕਸ ਕੱਢ ਲਓ। ਠੀਕ ਹੈ ਜੀ, ਇਹ ਆਪਣੀ ਬੁੱਕਸ ਦਾ ਫਰੰਟ ਪੇਜ ਹੈ। ਸਾਰੇ ਜਾਣੇ ਇਹ ਜਿਹੜੀਆਂ ਬੁੱਕਸ ਦੇ ਨਾਲ ਪੈਨਸਿਲ ਕੱਢ ਲੈਣੀ ਆ ਤੁਸੀਂ। ਪਿਛਲੇ ਹਫਤੇ ਆਪਾਂ ਜਿਹੜਾ ਚੈਪਟਰ ਕੰਪਲੀਟ ਕੀਤਾ ਸੀ ਉਹ ਫਸਟ ਚੈਪਟਰ ਕੰਪਲੀਟ ਕੀਤਾ ਸੀ। ਉਹਦੀ ਬੈਕ ਐਕਸਰਸਾਈਜ਼ ਪਲੱਸ ਕੁਐਸਚਨ ਆਨਸਰ ਉਹ ਆਪਾਂ ਕੰਪਲੀਟ ਕਰ ਲਏ ਹੋਏ ਨੇ। ਅੱਜ ਆਪਾਂ ਸੈਕਿੰਡ ਚੈਪਟਰ ਪੜ੍ਹਨ ਜਾ ਰਹੇ ਹਾਂ ਅਤੇ ਇਹਦੇ ਕੁਐਸਚਨ ਆਨਸਰ ਤੋਂ ਜੋ ਬੈਕ ਐਕਸਰਸਾਈਜ਼ ਹੈ ਉਹ ਅਗਲੇ ਨੈਕਸਟ ਡੇ ਜਿਹੜਾ ਹੈ ਉਹ ਆਪਾਂ ਕਰਾਂਗੇ। ਓਕੇ, ਸੋ ਸੈਕਿੰਡ ਚੈਪਟਰ ਦਾ ਨਾਮ ਹੈ ਕੇਅਰਿੰਗ ਫਾਰ ਈਚ ਅਦਰ, ਇੱਕ ਦੂਜੇ ਦਾ ਖਿਆਲ ਰੱਖਣਾ। ਓਕੇ, ਸੋ ਆਪਾਂ ਬੇਟਾ ਜੀ ਤੁਸੀਂ ਕੀ ਕਰਨਾ ਹੈ, ਪੈਨਸਿਲ ਇੱਕ ਲੈ ਲੈਣੀ ਆ ਅਤੇ ਜਿੱਦਾਂ ਮੈਂ ਰੀਡ ਕਰ ਰਿਹਾ ਵਾਂ ਤੁਸੀਂ ਨਾਲ ਨਾਲ ਚੱਲਣਾ ਹੈ। ਜਿਹੜਾ ਕੋਈ ਵਰਡ ਡਿਫੀਕਲਟ ਲੱਗੇ ਤੁਸੀਂ ਉਹਨੂੰ ਅੰਡਰਲਾਈਨ ਕਰ ਲੈਣਾ ਹੈ ਜਾਂ ਤਾਂ ਲੱਭ ਲੈਣਾ ਹੈ ਉਸ ਨੂੰ ਬਾਅਦ ਵਿੱਚ ਚੈਪਟਰ ਰੀਡ ਹੋਣ ਤੋਂ ਬਾਅਦ ਵਿੱਚ ਆਪਣੇ ਆਪ। ਜੇ ਨਹੀਂ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਵੀ ਸਰ ਇਸ ਵਰਡ ਦਾ ਮੀਨਿੰਗ ਕੀ ਹੈ, ਜਾਂ ਤਾਂ ਮੈਂ ਹੋ ਸਕਦਾ ਕਿ ਡਿਫੀਕਲਟ ਵਰਡ ਦਾ ਮੀਨਿੰਗ ਮੈਂ ਦੱਸ ਹੀ ਦੇਵਾਂ। ਸੋ ਜਿਹਦਾ ਵੀ ਕੋਈ ਮਿਸ ਹੋ ਜਾਂਦਾ ਹੈ, ਨਹੀਂ ਦੱਸਿਆ ਜਾਂਦਾ ਮੀਨਿੰਗ, ਤੁਸੀਂ ਬੇਟਾ ਜੀ ਉਹਨੂੰ ਅੰਡਰਲਾਈਨ ਕਰਕੇ ਪੁੱਛ ਲੈਣਾ ਹੈ ਜਾਂ ਲੱਭ ਲੈਣਾ ਹੈ। ਓਕੇ, ਸੋ ਰੀਡਿੰਗ ਸਟਾਰਟ ਕਰਦੇ ਹਾਂ। ਬੇਟਾ ਜੀ ਇਹ ਲਾਈਨ ਟੂ ਲਾਈਨ ਰੀਡ ਕਰਾਂਗੇ ਆਪਾਂ। ਚਿਲਡਰਨ, man is a social animal. The members of a community cooperate each other and share work and duties. We live together with our family members and in our neighborhood with other people. Similarly, people live together in society. Most of us are lucky to have enough food to eat, good clothes to wear, and better place to live. We are healthy both physically and mentally, but some people are not so lucky. They may be poor, sick, or old. Some cannot see, walk, or hear. They have a miserable and pathetic life. They need our help. If we share things with them, care for them, and help them a little, they will be happy. We should feel proud of us if we are able to fulfill some of their needs. We must help one another. ਬੇਟਾ ਜੀ ਇਸ ਪੈਰਾਗ੍ਰਾਫ ਦੇ ਵਿੱਚ ਕੀ ਦੱਸਿਆ ਹੋਇਆ ਹੈ ਕਿ ਜੋ ਇਨਸਾਨ ਹੈ ਉਹ ਸੋਸ਼ਲ ਐਨੀਮਲ ਹੈ, ਮਤਲਬ ਕਿ ਸਮਾਜ ਵਿੱਚ ਰਹਿੰਦਾ ਹੈ ਜੀ। ਕਮਿਊਨਿਟੀ ਦਾ ਮਤਲਬ ਹੁੰਦਾ ਹੈ ਸਮਾਜ। ਉਹ ਅਲੱਗ ਅਲੱਗ ਕੰਮ ਜਿਹੜੇ ਆ ਉਹ ਵੰਡ ਕੇ ਕਰਦਾ ਹੈ, ਜਿਵੇਂ ਕਿ ਟੀਚਰ ਤੁਹਾਨੂੰ ਪੜ੍ਹਾਉਂਦਾ ਹੈ, ਡਾਕਟਰ ਜਿਹੜਾ ਹੈ ਉਹ ਪੇਸ਼ੈਂਟਸ ਨੂੰ ਜਿਹੜਾ ਹੈ ਉਹਨਾਂ ਦੀ ਕੇਅਰ ਕਰਦਾ ਹੈ। ਠੀਕ ਹੈ ਜੀ, ਅਲੱਗ ਅਲੱਗ ਜਿਹੜੇ ਲੋਕ ਨੇ ਉਹ ਅਲੱਗ ਅਲੱਗ ਡਿਊਟੀਜ਼ ਕਰਦੇ ਨੇ। ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਦੱਸਿਆ ਹੋਇਆ ਹੈ ਕਿ ਆਪਣੇ ਵਿੱਚੋਂ ਜ਼ਿਆਦਾਤਰ ਲੋਕ ਜਿਹੜੇ ਆ ਉਹ ਲੱਕੀ ਨੇ, ਕਿਸਮਤ ਵਾਲੇ ਨੇ ਕਿ ਉਹਨਾਂ ਦੇ ਕੋਲ ਚੰਗਾ ਖਾਣ ਵਾਸਤੇ ਹੈਗਾ ਹੈ, ਚੰਗਾ ਪਹਿਨਣ ਵਾਸਤੇ ਹੈਗਾ ਹੈ ਅਤੇ ਚੰਗਾ ਵਧੀਆ ਘਰ ਰਹਿਣ ਵਾਸਤੇ ਹੈਗਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਆਪਾਂ ਸਾਰੇ ਜਿਹੜੇ ਆ ਉਹ ਫਿਜ਼ੀਕਲੀ ਅਤੇ ਮੈਂਟਲੀ ਹੈਲਥੀ ਆ। ਫਿਜ਼ੀਕਲੀ ਮਤਲਬ ਸਰੀਰਕ ਤੌਰ 'ਤੇ, ਮੈਂਟਲੀ ਮਤਲਬ ਦਿਮਾਗੀ ਤੌਰ 'ਤੇ, ਹੈਲਥੀ ਮਤਲਬ ਸਿਹਤਮੰਦ ਹੈ। ਪਰ ਕੁਝ ਆਪਣੇ ਵਿੱਚੋਂ ਐਡੇ ਕਿਸਮਤ ਵਾਲੇ ਨਹੀਂ ਹੁੰਦੇ। ਉਹ ਗਰੀਬ ਹੁੰਦੇ ਨੇ, ਪੂਅਰ ਮਤਲਬ ਗਰੀਬ ਹੁੰਦੇ ਨੇ, ਸਿੱਖ ਮਤਲਬ ਬਿਮਾਰ ਹੁੰਦੇ ਨੇ, ਓਲਡ ਮਤਲਬ ਬਜ਼ੁਰਗ ਹੋ ਜਾਂਦੇ ਨੇ, ਜਾਂ ਕਈ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ, ਜਿਹੜੇ ਤੁਰ ਨਹੀਂ ਸਕਦੇ, ਜਿਹੜੇ ਸੁਣ ਨਹੀਂ ਸਕਦੇ। ਦੇ ਹੈਵ ਆ ਮਿਜ਼ਰੇਬਲ ਦਾ ਮਤਲਬ ਬੇਟਾ ਜੀ ਕੀ ਹੁੰਦਾ ਹੈ, ਬੜੀ ਦੁਖੀ। ਠੀਕ ਹੈ ਜੀ, ਅਤੇ ਜਾਂ ਪਥੈਟਿਕ ਦਾ ਮਤਲਬ ਹੁੰਦਾ ਹੈ ਤਰਸਯੋਗ ਹਾਲਤ ਹੁੰਦੀ ਹੈ ਜੀ ਉਹਨਾਂ ਦੀ। ਸਾਨੂੰ ਇਹਨਾਂ ਲੋਕਾਂ ਦੇ ਨਾਲ ਆਪਣੀਆਂ ਚੀਜ਼ਾਂ ਨੂੰ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਕਰਕੇ ਥੋੜ੍ਹਾ ਖੁਸ਼ ਰਹਿ ਸਕਣ, ਅਤੇ ਸਾਨੂੰ ਇਸ ਗੱਲ ਦਾ ਮਾਣ ਵੀ ਹੋਣਾ ਚਾਹੀਦਾ ਹੈ, ਮਾਣ ਵੀ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਕਿਸੇ ਦੀ ਕੋਈ ਮਦਦ ਕਰ ਸਕਦੇ ਹਾਂ। ਓਕੇ, ਸੋ ਨੈਕਸਟ ਪੈਰਾਗ੍ਰਾਫ। ਦ ਬੈਸਟ ਪਲੇਸ ਟੂ ਸਟਾਰਟ caring for other is the area close to our home and school. This is our community, and to serve the community is the best human service.
caring for the elder. Charity begins at home is a very common saying. It means that whatever good work we want to do should be started from our own people. It ensures that we should start caring for others from our home. Most of us have good old grandparents in the family. They have served a lot of us and love us very much. Now, when they have been old and weak, they need our help and care. It is our duty to care for the elder people and spend time with them. ਬੇਟਾ ਜੀ ਇਹਨਾਂ ਪੈਰਾਗ੍ਰਾਫਸ ਦੇ ਵਿੱਚ ਕੀ ਦਿੱਤਾ ਹੋਇਆ ਹੈ ਕਿ ਸਭ ਤੋਂ ਵਧੀਆ ਜਗ੍ਹਾ ਜਿਹੜੀ ਲੋਕਾਂ ਦੀ ਸਹਾਇਤਾ ਕਰਨ ਦੀ ਹੈ ਉਹ ਆਪਣੇ ਆਲੇ ਦੁਆਲੇ ਤੋਂ ਹੈ। ਆਪਣੇ ਘਰ ਦੇ ਵਿੱਚ ਬਜ਼ੁਰਗ ਨੇ ਉਹਨਾਂ ਦੀ ਸਹਾਇਤਾ ਕਰੋ, ਆਪਣੇ ਨੇੜੇ ਘਰ ਦੇ ਨੇੜੇ ਜਿਹੜਾ ਵੀ ਕੋਈ ਲੋੜਵੰਦ ਹੈ ਉਹਦੀ ਸਹਾਇਤਾ ਕਰੋ। ਉਸ ਤੋਂ ਬਾਅਦ ਨੈਕਸਟ ਬੇਟਾ ਜੀ ਇੱਕ ਬੜੀ ਇੰਗਲਿਸ਼ ਦੀ ਬੜੀ ਇੰਪੋਰਟੈਂਟ ਅਤੇ ਬੜੀ ਵਧੀਆ ਕਹਾਵਤ ਲਿਖੀ ਹੋਈ ਹੈ ਕਿ ਚੈਰਿਟੀ ਬਿਗਨਸ ਐਟ ਹੋਮ। ਇਹਦਾ ਮਤਲਬ ਕੀ ਹੈ ਕਿ ਜੋ ਵੀ ਚੰਗਾ ਕੰਮ ਦਾਨ ਪੁੰਨ ਸੇਵਾ ਕੋਈ ਵੀ ਚੰਗਾ ਕੰਮ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਿੱਥੋਂ ਸ਼ੁਰੂ ਹੋਣਾ ਚਾਹੀਦਾ ਹੈ? ਤੁਹਾਡੇ ਆਪਣੇ ਲੋਕਾਂ ਤੋਂ ਸ਼ੁਰੂ ਹੋਣਾ ਚਾਹੀਦਾ ਹੈ, ਤੁਹਾਡੀ ਫੈਮਿਲੀ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਜਿਵੇਂ ਕਿ ਘਰ ਦੇ ਵਿੱਚ ਤੁਹਾਡੇ ਮਾਤਾ ਪਿਤਾ ਨੇ, ਗ੍ਰੈਂਡ ਪੇਰੈਂਟਸ ਨੇ, ਤੁਸੀਂ ਉਹਨਾਂ ਦੀ ਸੇਵਾ ਕਰੋ, ਠੀਕ ਹੈ ਜੀ, ਉਹਨਾਂ ਦੀ ਕੇਅਰ ਕਰੋ। ਜਿਹੜੇ ਬਜ਼ੁਰਗ ਨੇ ਉਹਨਾਂ ਨੇ ਆਪਣੇ ਲਈ ਬਹੁਤ ਕੁਝ ਕੀਤਾ ਹੁੰਦਾ ਹੈ। ਹੁਣ ਜਦੋਂ ਬਜ਼ੁਰਗ ਹੋ ਗਏ ਹੁੰਦੇ ਆ ਉਹ ਵੀਕ ਹੋ ਗਏ ਆ, ਕਮਜ਼ੋਰ ਹੋ ਗਏ ਆ, ਉਹਨਾਂ ਨੂੰ ਸਾਡੀ ਸਹਾਇਤਾ ਦੀ ਜ਼ਰੂਰਤ ਪੈਂਦੀ ਆ। ਸਾਨੂੰ ਵੀ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ, ਠੀਕ ਹੈ ਜੀ। ਸੋ ਨੈਕਸਟ ਪੈਰਾਗ੍ਰਾਫ, ਨੈਕਸਟ ਪੇਜ, ਕੇਅਰਿੰਗ ਫਾਰ ਦ ਬਲਾਈਂਡਸ। ਬੇਟਾ ਜੀ ਬਲਾਈਂਡ ਕੌਣ ਹੁੰਦੇ ਨੇ? ਬਲਾਈਂਡ ਬੇਟਾ ਜੀ ਉਹ ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ, ਠੀਕ ਹੈ ਜੀ। ਅਤੇ ਇੱਕ ਚੀਜ਼ ਮੈਂ ਹੋਰ ਦੱਸਾਂ, ਇੱਕ ਨਾ ਲੈਂਗੁਏਜ ਹੁੰਦੀ ਹੈ ਬੈਰੀਲੀ, ਉਹਦਾ ਨਾਮ ਹੈ। ਬੈਰੀਲੀ ਲੈਂਗੁਏਜ ਕਿਹੜੀ ਹੁੰਦੀ ਆ? ਜੋ ਬਲਾਈਂਡ ਲੋਕਾਂ ਦੇ ਪੜ੍ਹਨ ਵਾਸਤੇ, ਠੀਕ ਹੈ ਜੀ, ਜੋ ਬਣਾਈ ਗਈ ਹੈ, ਜੋ ਸਿਸਟਮ ਬਲਾਈਂਡ ਲੋਕਾਂ ਦੇ ਪੜ੍ਹਨ ਵਾਸਤੇ ਲਿਖਣ ਵਾਸਤੇ ਬਣਾਇਆ ਗਿਆ ਵਾ, ਉਸ ਸਿਸਟਮ ਨੂੰ ਉਸ ਨੂੰ ਆਪਾਂ ਬਰੇਲੀ ਲੈਂਗੁਏਜ ਕਹਿ ਦਿੰਦੇ ਹਾਂ। ਓਕੇ, ਸੋ ਆਪਾਂ ਪੈਰਾਗ੍ਰਾਫ ਪੜ੍ਹਨਾ ਸਟਾਰਟ ਕਰਦੇ ਹਾਂ। Some people may live in our neighborhood whose eyesight is weak or may be blind. Such people want our love and care. Some people go to the blind schools in their free time and carry biscuit, cake, sweets for the visually challenged children. They are amazed to see how fast the children in the blind school read books written in a special language called Braille. Braille is a system of reading and writing for people who cannot see. Reading is done by filling the raised dots which form raised letter on paper with the fingers. The children at the blind school are also good at many crafts such as making colorful candles, artificial jewelry and carving wood. ਬੇਟਾ ਜੀ ਇਸ ਪੈਰਾਗ੍ਰਾਫ ਦੇ ਵਿੱਚ ਕੀ ਦੱਸਿਆ ਹੋਇਆ ਹੈ ਕਿ ਆਪਣੇ ਆਲੇ ਦੁਆਲੇ ਕਈ ਇੱਦਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਨਿਗਾਹ ਘੱਟ ਹੁੰਦੀ ਹੈ। ਆਈ ਸਾਈਟ, ਵੀਕ ਆਈ ਸਾਈਟ ਦਾ ਮਤਲਬ ਕੀ ਹੈ? ਨਿਗਾਹ ਦਾ ਘੱਟ ਹੋਣਾ, ਠੀਕ ਹੈ ਜੀ, ਨਜ਼ਰ ਦਾ ਕਮਜ਼ੋਰ ਹੋਣਾ, ਜਾਂ ਬਲਾਈਂਡ ਹੀ ਹੁੰਦੇ ਨੇ। ਬਲਾਈਂਡ ਮਤਲਬ ਜਿਨ੍ਹਾਂ ਨੂੰ ਬਿਲਕੁਲ ਦਿਖਾਈ ਨਹੀਂ ਦਿੰਦਾ। ਉਹ ਆਪਣੇ ਜਿਹੜੇ ਲੋਕ ਇੱਦਾਂ ਦੇ ਹੁੰਦੇ ਨੇ ਉਹ ਆਪਣੇ ਤੋਂ ਕੀ ਚਾਹੁੰਦੇ ਨੇ ਕਿ ਲੋਕ ਸਾਡਾ ਧਿਆਨ ਰੱਖਣ, ਸਾਨੂੰ ਪਿਆਰ ਵੀ ਕਰਨ, ਠੀਕ ਹੈ ਜੀ। ਕਈ ਲੋਕ ਕੀ ਕਰਦੇ ਆ, ਜਿਹੜੇ ਇਹਨਾਂ ਬਲਾਈਂਡ ਲੋਕਾਂ ਵਾਸਤੇ ਸਕੂਲ ਬਣੇ ਹੁੰਦੇ ਆ, ਉੱਥੇ ਜਾਂਦੇ ਨੇ। ਉੱਥੇ ਜਾ ਕੇ ਕੀ ਲੈ ਕੇ ਜਾਂਦੇ ਨੇ? ਬਿਸਕੁਟ ਵਗੈਰਾ, ਕੇਕ ਅਤੇ ਹੋਰ ਕਈ ਚੀਜ਼ਾਂ ਜਿਹੜੇ ਆ ਉਹਨਾਂ ਲੋਕਾਂ ਵਾਸਤੇ ਲੈ ਕੇ ਜਾਂਦੇ ਆ। ਅਤੇ ਉੱਥੇ ਜਾ ਕੇ ਇਹ ਦੇਖ ਕੇ ਹੈਰਾਨ ਹੁੰਦੇ ਨੇ। ਹੈਰਾਨ ਬੇਟਾ ਜੀ ਕਿਹਦਾ ਮਤਲਬ ਹੈ? ਅਮੇਜ਼ ਦਾ ਮਤਲਬ ਹੁੰਦਾ ਹੈ ਹੈਰਾਨ। ਉੱਥੇ ਜਾ ਕੇ ਹੈਰਾਨ ਹੁੰਦੇ ਨੇ
कि किद्दां ये जिहड़े बच्चे ने ब्लाइंड स्कूल दे विच किन्ने ज़्यादा टैलेंटड ने कि वो बुक्स नूं पढ़ी जा रहे ने बड़ी फास्ट। किहड़ी लैंगुएज की हैल्प दे नाल? बरेली लैंगुएज की हैल्प के नाल। मैं तुहानूं हुणे दस्सिया सी बरेली लैंगुएज बारे। ठीक है जी। बरेली एक सिस्टम है पढ़न दा अते लिखण दा उन्हां लोकां वास्ते जो देख नहीं सकते। रीडिंग जिहड़ी आ वो किद्दां हुंदी है? वो रेज्ड डॉट्स मतलब उभरे हुए डॉट्स। ठीक है जी। उभरे हुए डॉट्स की मदद दे नाल वो रीड करते आ। ठीक है जी। बच्चे जिहड़े आ इन्हां ते किहदी हैल्प दे नाल वो रीड करते आ जी? वो अपनी उंगलों की हैल्प दे नाल टच कर करके जिहड़ा है वो पता लगाउंदे आ कि की लिखिया होया है। ओके। तो इन्हां स्कूलों के जिहड़े बच्चे पढ़ रहे हैं, ब्लाइंड बच्चे पढ़ रहे हैं, वो इन्ने टैलेंटड ने कि वो क्राफ्ट का काम भी कर लेंदे ने, जिवें कि आर्टिफिशियल जिवें कलरफुल कैंडल बना लेंदे ने, मोमबत्ती बना लेंदे ने, प्लस आर्टिफिशियल ज्वैलरी बना लेंदे ने, ते नाल कविंग वुड बना लेंदे ने। ओके। सो नैक्सट पैराग्राफ दे विच आप पढ़ांगे केयरिंग फॉर द पीपल इन द ओल्ड एज होम्स। ठीक है जी। In big cities, there are homes for the old people. The people in old age homes are the neglected ones from their own people. Their children might have put them in these homes when they have become old and unable to work for themselves. People should prepare entertainment programs time to time to cheer the elderly people in the home. Though there are nurses to take care of these people, they look forward to visit by the lovely children. You should respect your grandparents and show them that you care. You can learn many things from them. सो बेटा जी इस पैराग्राफ के की दस्या होया है कि वड्डियां सिटीज़ दे विच की हुंदा है जी, ओल्ड एज होम्स बने हुंदे ने। ओल्ड एज होम की हुंदे ने? बिरध आश्रम या जिन्होंने आपां बिरध घर भी कह दिंदे आ, जिथे ਉਹ ਜਿਹੜੇ ਬਜ਼ੁਰਗਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਘਰੋਂ ਕੱਢ ਦਿੰਦੇ ਨੇ। ਕਿਉਂ ਕੱਢ ਦਿੰਦੇ ਨੇ? ਕਿਉਂਕਿ ਉਹ ਹੁਣ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੇ, ਉਹ ਆਪਣਾ ਕੰਮ ਨਹੀਂ ਕਰ ਸਕਦੇ, ਉਹ ਆਪਣੇ ਬੱਚਿਆਂ ਦੇ ਪੈਸੇ ਤੋਂ ਹੀ ਜਿਹੜਾ ਹੈ ਆਪਣਾ ਗੁਜ਼ਾਰਾ ਕਰਨਾ ਹੁੰਦਾ ਹੈ। ਪਰ ਉਹਨਾਂ ਦੇ ਬੱਚੇ ਉਹਨਾਂ ਦੀ ਹੈਲਪ ਨਹੀਂ ਕਰਦੇ ਅਤੇ ਉਹਨਾਂ ਨੂੰ ਕਿੱਥੇ ਭੇਜ ਦਿੰਦੇ ਆ ਜੀ? ਬਿਰਧ ਆਸ਼ਰਮ 'ਚ ਭੇਜ ਦਿੰਦੇ ਆ। ਠੀਕ ਹੈ ਜੀ। ਅਤੇ ਇਸ ਲਈ ਉਹ ਕਹਿ ਰਿਹਾ ਕਿ ਆਪਾਂ ਨੂੰ ਉਹਨਾਂ ਲੋਕਾਂ ਵਾਸਤੇ ਬਿਰਧ ਆਸ਼ਰਮ ਦੇ ਵਿੱਚ ਐਂਟਰਟੇਨਮੈਂਟ ਮਤਲਬ ਮਨੋਰੰਜਨ ਦਾ ਕੋਈ ਨਾ ਕੋਈ ਪ੍ਰੋਗਰਾਮ ਰੱਖਣਾ ਚਾਹੀਦਾ ਹੈ, ਤਾਂ ਜੋ ਆਪਾਂ ਉਹਨਾਂ ਨੂੰ ਚੇਅਰ ਅਪ ਕਰ ਸਕੀਏ। ਚੇਅਰ ਅਪ ਦਾ ਮਤਲਬ ਹੁੰਦਾ ਹੈ ਕਿ ਆਪਾਂ ਉਹਨਾਂ ਨੂੰ ਉਹਨਾਂ ਦਾ ਹੌਸਲਾ ਵਧਾ ਸਕੀਏ ਕਿ ਅਸੀਂ ਤੁਹਾਡੇ ਨਾਲ ਹੈ, ਸਾਨੂੰ ਤੁਹਾਡੀ ਕੇਅਰ ਹੈਗੀ ਹੈ, ਅਸੀਂ ਤੁਹਾਡੀ ਕੇਅਰ ਕਰ ਰਹੇ ਹਾਂ, ਅਸੀਂ ਤੁਹਾਡਾ ਖਿਆਲ ਰੱਖ ਰਹੇ ਹਾਂ। ਭਾਵੇਂ ਕਿ ਉੱਥੇ ਨਰਸਿਸ ਵੀ ਹੁੰਦੀਆਂ ਨੇ ਉਹਨਾਂ ਦੀ ਕੇਅਰ ਕਰਨ ਵਾਸਤੇ, ਪਰ ਬਜ਼ੁਰਗ ਜਿਹੜੇ ਨੇ ਉਹਨਾਂ ਦਾ ਧਿਆਨ ਹੁੰਦਾ ਹੈ ਕਿ ਸਾਡੇ ਕੋਲ ਛੋਟੇ ਬੱਚੇ ਆਉਣ, ਸਾਡੇ ਨਾਲ ਗੱਲਾਂ ਕਰਨ। ਠੀਕ ਹੈ ਜੀ। ਇਸ ਲਈ ਸਾਨੂੰ ਆਪਣੇ ਬਜ਼ੁਰਗ ਦਾਦਾ ਦਾਦੀ ਦਾ ਜਿਹੜਾ ਹੈ ਉਹ ਸਤਿਕਾਰ ਕਰਨਾ ਚਾਹੀਦਾ ਹੈ, ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਹਾਂ। ਉਸ ਤੋਂ ਬਾਅਦ ਬੇਟਾ ਜੀ ਨੈਕਸਟ ਪੈਰਾਗ੍ਰਾਫ ਹੈ ਕੇਅਰਿੰਗ ਫਾਰ ਦਾ ਔਰਫਨਸ। ਔਰਫਨਸ ਬੇਟਾ ਜੀ ਕੀ ਹੁੰਦੇ ਨੇ? ਔਰਫਨਸ ਹੁੰਦੇ ਨੇ ਯਤੀਮ। ਯਤੀਮ ਕੌਣ ਹੁੰਦਾ ਹੈ ਜੀ? ਜਿਸ ਦੇ ਮਾਤਾ ਪਿਤਾ ਬਚਪਨ ਦੇ ਵਿੱਚ ਹੀ ਚਲਾਣਾ ਕਰ ਗਏ ਹੋਣ, ਮਤਲਬ ਕਿ ਪੂਰੇ ਮਰ ਗਏ ਹੋਣ, ਅਤੇ ਉਹ ਬੱਚੇ ਦੇ ਰਿਸ਼ਤੇਦਾਰ ਵੀ ਉਹਨੂੰ ਜਿਹੜੇ ਆ ਜਦੋਂ ਨਹੀਂ ਚੱਲ ਰਹੇ ਹੁੰਦੇ, ਨਹੀਂ ਉਹਨੂੰ ਆਪਣੇ ਘਰ ਵਿੱਚ ਰਹਿਣ ਦਿੰਦੇ, ਤਾਂ ਉਹ ਜਿਸ ਜਗ੍ਹਾ ਦੇ ਉੱਪਰ ਬਾਕੀ ਬੱਚਿਆਂ ਦੇ ਨਾਲ ਇਕੱਠਾ ਰਹਿੰਦਾ ਹੈ, ਬਾਕੀ ਯਤੀਮ ਬੱਚਿਆਂ ਦੇ ਨਾਲ ਇਕੱਠੇ ਰਹਿੰਦੇ ਆ, ਉਸ ਜਗ੍ਹਾ ਨੂੰ ਆਪਾਂ ਔਰਫਨੇਜਿਸ ਕਹਿ ਦਿੰਦੇ ਹਾਂ। ਔਰਫਨੇਜਿਸ ਮਤਲਬ ਯਤੀਮ ਖਾਨਾ। ਠੀਕ ਹੈ ਜੀ। ਬੇਟਾ ਤੁਸੀਂ ਸਾਰਿਆਂ ਨੇ ਊਧਮ ਸਿੰਘ, ਸ਼ਹੀਦ ਊਧਮ ਸਿੰਘ ਦਾ ਨਾਮ ਸੁਣਿਆ ਹੋਵੇਗਾ। ਸ਼ਹੀਦ ਊਧਮ ਸਿੰਘ ਜੀ ਉਹ ਵੀ ਇੱਕ ਯਤੀਮ ਖਾਨੇ ਦੇ ਵਿੱਚ ਪੜ੍ਹਿਆ ਸੀ। ਠੀਕ ਹੈ ਜੀ। 1919 ਦੇ ਵਿੱਚ ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਗੋਲੀ ਚਲਵਾਈ ਤਾਂ ਇਹ ਵੀ ਉੱਥੇ ਮੌਜੂਦ ਸੀ। ਇਹਨੇ ਵੀ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਦੇਖਿਆ।
ठीक है जी। ਇਸੇ ਕਰਕੇ ਇਹ ਇੰਗਲੈਂਡ ਗਿਆ, ਉੱਥੇ ਜਾ ਕੇ ਜਨਰਲ ਅਡਵਾਇਰ ਨੂੰ ਜਿਹੜੀ ਹੈ ਇਹਨੇ ਗੋਲੀ ਮਾਰੀ ਸੀ। ਮਤਲਬ ਇਹ ਵੀ ਇੱਕ ਯਤੀਮ ਸੀ, ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਵਾਂ। ਠੀਕ ਹੈ ਜੀ। ਔਰਫਨੇਜਿਸ ਕੀ ਹੁੰਦਾ ਹੈ ਜੀ? ਯਤੀਮ ਖਾਨਾ, ਜਿੱਥੇ ਕਾਫੀ ਸਾਰੇ ਯਤੀਮ ਬੱਚੇ ਇੱਕ ਜਗ੍ਹਾ 'ਤੇ ਰਹਿੰਦੇ ਆ, ਜਿੱਥੇ ਉਹਨਾਂ ਵਾਸਤੇ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ, ਉਹਨਾਂ ਦੇ ਕੱਪੜਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਸ ਜਗ੍ਹਾ ਨੂੰ ਆਪਾਂ ਯਤੀਮ ਖਾਨਾ ਕਹਿ ਦਿੰਦੇ ਹਾਂ। ਓਕੇ। Orphans are children who are lost their parents and seek no protection from any other relation. They look forward to meet other children with their parents who bring so much happiness to their lives. People collect a hamper of jams, pickles, sauce, fruits and clothes for the children at the orphanages. Some present the children with notebooks, pencils and stationery. Some people take the task of teaching the orphan children. ਬੇਟਾ ਜੀ ਔਰਫਨ ਜਿਹੜੇ ਨੇ ਉਹ ਇੱਕ ਜਗ੍ਹਾ, ਤੁਹਾਨੂੰ ਮੈਂ ਦੱਸ ਚੁੱਕਾ ਹਾਂ ਕਿ ਕੌਣ ਹੁੰਦੇ ਆ। ਉਹ ਇੱਕ ਜਗ੍ਹਾ 'ਤੇ ਇਕੱਠੇ ਰਹਿੰਦੇ ਨੇ, ਉਸ ਜਗ੍ਹਾ ਨੂੰ ਆਪਾਂ ਔਰਫਨੇਜਿਸ ਕਹਿ ਦਿੰਦੇ ਹਾਂ। ਔਰਫਨੇਜਿਸ ਦੇ ਵਿੱਚ ਕਈ ਲੋਕ ਆਉਂਦੇ ਨੇ, ਉਹ ਉਹਨਾਂ ਬੱਚਿਆਂ ਵਾਸਤੇ ਜੈਮਸ, ਪਿਕਲਸ, ਜੈਮ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ। ਪਿਕਲ ਮਤਲਬ ਅਚਾਰ, ਇਸ ਤਰ੍ਹਾਂ ਦੀਆਂ ਚੀਜ਼ਾਂ। ਠੀਕ ਹੈ ਜੀ। ਮਸਾਲੇਦਾਰ ਸੌਸ ਲੈ ਕੇ ਆਉਂਦੇ ਆ, ਫਰੂਟ, ਕਲੋਥਸ, ਇਹ ਸਾਰੀਆਂ ਚੀਜ਼ਾਂ ਉਹ ਲੈ ਕੇ ਆਉਂਦੇ ਨੇ। ਕਈ ਲੋਕ ਤਾਂ ਬੱਚਿਆਂ ਵਾਸਤੇ ਕਾਪੀਜ਼, ਪੈਨਸਿਲ ਅਤੇ ਸਟੇਸ਼ਨਰੀ ਦਾ ਸਮਾਨ ਲੈ ਕੇ ਆਉਂਦੇ ਨੇ, ਅਤੇ ਕਈ ਇਹ ਜ਼ਿੰਮੇਵਾਰੀ ਲੈ ਲੈਂਦੇ ਨੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਪੜ੍ਹਾਵਾਂਗੇ। ਓਕੇ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਕੇਅਰਿੰਗ ਫਾਰ ਦਾ ਫਿਜ਼ੀਕਲੀ ਚੈਲੰਜਡ। ਬੇਟਾ ਜੀ ਫਿਜ਼ੀਕਲੀ ਚੈਲੰਜਡ ਕੌਣ ਹੁੰਦੇ ਨੇ? ਫਿਜ਼ੀਕਲੀ ਚੈਲੰਜਡ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਸਰੀਰ ਦਾ ਕੋਈ ਅੰਗ, ਜਿਵੇਂ ਬਾਹਾਂ, ਲੱਤਾਂ, ਇਹਨਾਂ ਦੇ ਵਿੱਚੋਂ ਕੋਈ ਚੀਜ਼ ਜਿਹੜੀ ਆ ਉਹ ਕੰਮ ਪ੍ਰੋਪਰ ਨਹੀਂ ਕਰ ਰਹੀ। ਉਹ ਲੋਕ ਜਿਹੜੇ ਆ ਨੋਰਮਲ ਇਨਸਾਨਾਂ ਵਾਂਗ ਚੱਲ ਫਿਰ ਨਹੀਂ ਸਕਦੇ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਫਿਜ਼ੀਕਲੀ ਚੈਲੰਜਡ। Physically challenged people are those who cannot use their arms and legs and other body parts to do the normal things. Government has arranged the institutes for the physically challenged people and children. People help these people with many things such as wheelchair, pair of crutches. People can also carry fruits, sweets and clothes for these disabled people. People who care for others who are in the need in one way or other do a wonderful job of their project on community service. Children also should take interest in doing such type of community service. The student should be helpful, cooperative and caring toward the members of society. Everyone has a right to do well and people with special needs can do so if they are given an opportunity and a little help and care. ਸੋ ਬੇਟਾ ਜੀ ਆਪਣਾ ਇਹ ਚੈਪਟਰ ਕੰਪਲੀਟ ਹੋ ਗਿਆ ਹੈ। ਲਾਸਟ ਪੈਰਾਗ੍ਰਾਫ ਮੈਂ ਤੁਹਾਨੂੰ ਦੱਸਦਾ ਹਾਂ ਜੀ, ਇਹਦੇ ਵਿੱਚ ਕੀ ਹੈ। ਫਿਜ਼ੀਕਲੀ ਚੈਲੰਜ ਲੋਕ ਕਿਹੜੇ ਹੁੰਦੇ ਨੇ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਏਗਾ, ਜਿਨ੍ਹਾਂ ਦੇ ਹੱਥ, ਜਿਨ੍ਹਾਂ ਦੀਆਂ ਲੈਗਸ, ਲੱਤਾਂ, ਆਰਮਸ, ਬਾਹਾਂ ਜਿਨ੍ਹਾਂ ਦੀਆਂ ਪ੍ਰੋਪਰ ਕੰਮ ਨਹੀਂ ਕਰਦੀਆਂ ਸਹੀ ਤਰੀਕੇ ਨਾਲ, ਉਹ ਨੋਰਮਲ ਲੋਕਾਂ ਵਾਂਗ ਚੱਲ ਫਿਰ ਨਹੀਂ ਸਕਦੇ, ਉਹਨਾਂ ਨੂੰ ਆਪਾਂ ਫਿਜ਼ੀਕਲੀ ਚੈਲੰਜ ਕਹਿ ਦਿੰਦੇ ਹਾਂ। ਸਰਕਾਰ ਨੇ ਵੀ ਬਹੁਤ ਸਾਰੇ ਇੰਸਟੀਟਿਊਟ ਇੱਦਾਂ ਦੇ ਬਣਾਏ ਆ ਜਿੱਥੇ ਇਹਨਾਂ ਲੋਕਾਂ ਦੀ ਪ੍ਰੋਪਰ ਕੇਅਰ ਕੀਤੀ ਜਾਂਦੀ ਹੈ, ਪਲੱਸ ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ ਹੈ। ਕਈ ਲੋਕ ਜਿਹੜੇ ਆ ਇਹਨਾਂ ਲੋਕਾਂ ਦੀ, ਕਿਹਨਾਂ ਲੋਕਾਂ ਦੀ, ਜਿਹੜੇ ਫਿਜ਼ੀਕਲੀ ਚੈਲੰਜ ਹੁੰਦੇ ਨੇ, ਇਹਨਾਂ ਦੀ ਹੈਲਪ ਕਰਦੇ ਆ। ਕਿੱਦਾਂ ਹੈਲਪ ਕਰ ਦਿੰਦੇ ਜੀ? ਉਹਨਾਂ ਨੂੰ ਵੀਲ ਚੇਅਰ ਦੇ ਦਿੰਦੇ ਆ ਜਾਂ ਉਹਨਾਂ ਨੂੰ ਕਰਚਸ ਦੇ ਦਿੰਦੇ ਆ। ਕਰਚਸ ਕੀ ਹੁੰਦੀਆਂ ਨੇ? ਜਿਹੜੀਆਂ ਪੌੜੀਆਂ ਉਹ ਆਪਣੇ ਜਿਨ੍ਹਾਂ ਦੇ ਨਾਲ ਉਹ ਚੱਲ ਸਕਦੇ ਨੇ। ਠੀਕ ਹੈ ਜੀ। ਉਹ ਉਹਨਾਂ ਨੂੰ ਸਵੀਟਸ, ਫਰੂਟ, ਕੱਪੜੇ, ਇਹ ਸਾਰਾ ਕੁਝ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਲੋਕ ਅੱਛੇ ਲੋਕ ਹੁੰਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਇਹ ਦੱਸਿਆ ਲਾਸਟ ਪੈਰਾਗ੍ਰਾਫ ਦੇ ਵਿੱਚ ਕਿ ਸਭ ਤੋਂ ਵਧੀਆ ਕੰਮ ਕਿਹੜਾ ਹੈ? ਸਭ ਤੋਂ ਵਧੀਆ ਕੰਮ ਤਾਂ ਉਹ ਹੈ ਜੋ ਆਪਾਂ ਸਮਾਜ ਦੀ ਸੇਵਾ ਕਰਦੇ ਹਾਂ, ਸਮਾਜ ਦੇ ਵਿੱਚ ਕੋਈ ਚੰਗਾ ਕੰਮ ਕਰਦੇ ਹਾਂ। ਠੀਕ ਹੈ ਜੀ।
ਬੱਚਿਆਂ ਨੂੰ ਵੀ ਇਹਨਾਂ ਕੰਮਾਂ ਦੇ ਵਿੱਚ ਇੰਟਰਸਟ ਲੈਣਾ ਚਾਹੀਦਾ ਹੈ। ਸਟੂਡੈਂਟ ਜਿਹੜੇ ਆ ਉਹ ਹੈਲਪਫੁਲ ਹੋਣੇ ਚਾਹੀਦੇ ਆ। ਮੰਨ ਲਓ ਕਿ ਤੁਹਾਡੀ ਕਲਾਸ ਦੇ ਵਿੱਚ 10-15 ਬੱਚੇ ਨੇ, ਉਹਨਾਂ ਬੱਚਿਆਂ ਦੇ ਵਿੱਚੋਂ ਜੇ ਮੰਨ ਲਓ ਕੋਈ 3-4 ਬੱਚੇ ਇੱਦਾਂ ਦੇ ਨੇ ਜੋ ਵੀਕ ਨੇ, ਜਿਨ੍ਹਾਂ ਨੂੰ ਥੋੜ੍ਹਾ ਜਿਹਾ ਛੇਤੀ ਸਮਝ ਨਹੀਂ ਲੱਗਦੀ, ਆਪਾਂ ਕੀ ਕਰ ਸਕਦੇ ਹਾਂ ਜੀ, ਉਹਦੀ ਹੈਲਪ ਕਰ ਸਕਦੇ ਹਾਂ, ਉਹਨੂੰ ਲਰਨ ਕਰਾਉਣ ਦੇ ਵਿੱਚ, ਉਹਨੂੰ ਸਮਝਾਉਣ ਦੇ ਵਿੱਚ ਹੈਲਪ ਕਰ ਸਕਦੇ ਹਾਂ। ਠੀਕ ਹੈ ਜੀ, ਇਹ ਵੀ ਇੱਕ ਤਰ੍ਹਾਂ ਨਾਲ ਸਮਾਜ ਦਾ ਭਲਾ ਹੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਹਰ ਇੱਕ ਦਾ ਇਹ ਅਧਿਕਾਰ ਹੈ ਕਿ ਉਹ ਆਪਣੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਵੀ ਪੂਰੀਆਂ ਕਰੇ ਅਤੇ ਦੂਜਿਆਂ ਦੀਆਂ ਵੀ ਜਿੱਥੋਂ ਤੱਕ ਹੋ ਸਕਦਾ ਦੂਜਿਆਂ ਦੀ ਵੀ ਹੈਲਪ ਕਰਨ ਦੀ ਕੋਸ਼ਿਸ਼ ਕਰੇ। ਓਕੇ ਬੇਟਾ ਜੀ, ਸੋ ਆਪਾਂ ਅੱਜ ਦੇ ਇਸ ਚੈਪਟਰ ਦੇ ਵਿੱਚ ਕੀ ਕੁਝ ਪੜ੍ਹਿਆ ਹੈ? ਆਪਾਂ ਪੜ੍ਹਿਆ ਹੈ ਕਿ ਆਪਾਂ ਨੂੰ ਆਪਣੇ ਵੱਡਿਆਂ ਬਜ਼ੁਰਗਾਂ ਦੀ ਹੈਲਪ ਕਰਨੀ ਚਾਹੀਦੀ ਆ। ਫਿਰ ਆਪਾਂ ਪੜ੍ਹਿਆ ਹੈ ਕਿ ਬਲਾਈਂਡ ਕੌਣ ਹੁੰਦੇ ਨੇ। ਬਲਾਈਂਡ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ। ਉਹ ਕਿਹੜੀ ਲੈਂਗੁਏਜ ਦੇ ਨਾਲ ਪੜ੍ਹਦੇ ਨੇ ਜਾਂ ਲਿਖਦੇ ਨੇ, ਉਸ ਲੈਂਗੁਏਜ ਦਾ ਕੀ ਨਾਮ ਹੈ? ਬੈਲੀਲੀਓ ਦਾ ਨਾਮ ਹੈ। ਓਲਡ ਏਜ ਹੋਮ ਕੀ ਹੁੰਦੇ ਨੇ? ਜਿਹੜੇ ਬਿਰਧ ਆਸ਼ਰਮ ਜਿੱਥੇ ਕਿ ਉਹਨਾਂ ਦੇ ਬੱਚਿਆਂ ਵੱਲੋਂ ਨਿਗਲੈਕਟ ਕੀਤੇ ਹੋਏ ਪੇਰੈਂਟਸ ਨੂੰ ਰੱਖਿਆ ਜਾਂਦਾ ਵਾ, ਉਹ ਓਲਡ ਏਜ ਹੋਮ ਹੁੰਦੇ ਆ। ਔਰਫਨਸ ਕਿਹੜੇ ਹੁੰਦੇ ਨੇ? ਯਤੀਮ। ਠੀਕ ਹੈ ਜੀ। ਫਿਜ਼ੀਕਲੀ ਚੈਲੰਜ ਕੌਣ ਹੁੰਦੇ ਨੇ? ਇਹ ਵੀ ਤੁਹਾਨੂੰ ਮੈਂ ਦੱਸ ਚੁੱਕਾ ਵਾਂ। ਸੋ ਬੇਟਾ ਜੀ, ਇਸ ਤਰੀਕੇ ਨਾਲ ਆਪਣਾ ਚੈਪਟਰ ਜਿਹੜਾ ਹੈ ਅੱਜ ਆਪਣਾ ਕੰਪਲੀਟ ਹੋ ਗਿਆ ਹੋਇਆ ਹੈ। ਤੁਹਾਡਾ ਹੋਮਵਰਕ ਕੀ ਹੈ? ਤੁਸੀਂ ਇੱਕ ਤਾਂ ਰਾਈਟਿੰਗ ਪੇਜ ਲਿਖਣਾ ਹੈ। ਰਾਈਟਿੰਗ ਪੇਜ ਕਿਹੜਾ ਲਿਖਣਾ ਹੈ ਜੀ? ਰਾਈਟਿੰਗ ਪੇਜ ਲਿਖਣਾ ਹੈ ਪੇਜ ਨੰਬਰ 11 ਦੇ ਉੱਪਰ, ਇੱਥੋਂ ਲੈ ਕੇ ਬੈਰੀਲੀ ਇਜ਼ ਅ ਸਿਸਟਮ, ਇਸ ਤੋਂ ਲੈ ਕੇ ਕਰਵਿੰਗ ਵੁੱਡ ਤੱਕ ਲਿਖਣਾ ਹੈ ਜੀ। ਠੀਕ ਹੈ, ਇੱਥੋਂ ਤੱਕ ਲਿਖਣਾ ਹੈ। ਮੈਂ ਦੁਬਾਰਾ ਰਿਪੀਟ ਕਰ ਦੇਣਾ ਹੈ, ਪੇਜ ਨੰਬਰ 11 ਦੇ ਉੱਪਰ ਸੈਕਿੰਡ ਪੈਰਾਗ੍ਰਾਫ ਹੈ, ਬੈਰੀਲੀ ਇਜ਼ ਅ ਸਿਸਟਮ ਆਫ ਰੀਡਿੰਗ, ਇੱਥੋਂ ਲੈ ਕੇ ਆਰਟੀਫਿਸ਼ੀਅਲ ਜਵੈਲਰੀ ਐਂਡ ਕਰਵਿੰਗ ਵੁੱਡ ਤੱਕ ਜਿਹੜਾ ਹੈ ਤੁਸੀਂ ਇੱਕ ਪੈਰਾਗ੍ਰਾਫ ਜਿਹੜਾ ਹੈ ਇਹਨੂੰ ਰਾਈਟਿੰਗ ਪੇਜ ਦੀ ਤਰ੍ਹਾਂ ਲਿਖਣਾ ਹੈ। ਪਲੱਸ ਤੁਸੀਂ ਹੋਰ ਕੀ ਕਰਨਾ ਹੈ, ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਡਿਫੀਕਲਟ ਵਰਡ ਤੁਹਾਨੂੰ ਲੱਗੇ, ਉਹਨਾਂ ਵਰਡਸ ਨੂੰ ਅੰਡਰਲਾਈਨ ਕੀਤਾ ਹੋਇਆ ਹੈ ਤੁਸੀਂ ਚੈਪਟਰ ਰੀਡ ਕਰਨ ਦੇ ਦੌਰਾਨ। ਉਹਨਾਂ ਵਰਡਸ ਦੇ ਮੀਨਿੰਗ ਤੁਸੀਂ ਲਿਖਣੇ ਆ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹੈ ਕਿਸ ਤਰ੍ਹਾਂ ਲਿਖਣੇ ਆ। ਜਿਵੇਂ ਮੰਨ ਲਓ ਇਹ ਮੈਨੂੰ ਡਿਫੀਕਲਟ ਲੱਗੇ, ਸਭ ਤੋਂ ਪਹਿਲਾਂ ਉੱਪਰ ਹੈਡਿੰਗ ਮੈਂ ਇੱਕ ਲਿਖ ਲੈਣਾ ਹੈ ਨੇਮ ਆਫ ਚੈਪਟਰ, ਚੈਪਟਰ ਦਾ ਨਾਮ ਲਿਖ ਲੈਣਾ, ਚੈਪਟਰ ਨੰਬਰ 2 ਡਿਫੀਕਲਟ ਵਰਡ, ਪਹਿਲਾ ਡਿਫੀਕਲਟ ਵਰਡ ਉਹਦਾ ਮੀਨਿੰਗ, ਦੂਜਾ ਉਹਦਾ ਮੀਨਿੰਗ, ਤੀਜਾ ਉਹਦਾ ਮੀਨਿੰਗ। ਠੀਕ ਹੈ ਜੀ। ਇਸੇ ਤਰ੍ਹਾਂ ਮੰਨ ਲਓ 10 ਲੱਗੇ, 5 ਲੱਗੇ, 4 ਲੱਗੇ, ਜਿੰਨੇ ਵੀ ਡਿਫੀਕਲਟ ਵਰਡ ਤੁਹਾਨੂੰ ਲੱਗੇ ਆ ਉਹ ਤੁਸੀਂ ਲਿਖ ਕੇ ਉਹਦੀ ਫੋਟੋ ਕਲਿੱਕ ਕਰਕੇ ਭੇਜਣੀ ਹੈ। ਪਲੱਸ ਇੱਕ ਰਾਈਟਿੰਗ ਪੇਜ ਜਿਹੜਾ ਮੈਂ ਤੁਹਾਨੂੰ ਉੱਪਰ ਦੱਸ ਕੇ ਆਇਆ ਵਾਂ ਉਹਦੀ ਫੋਟੋ ਕਲਿੱਕ ਕਰਕੇ ਭੇਜਣੀ ਹੈ। ਪਲੱਸ ਹੋਰ ਕੀ ਕੰਮ ਕਰਨਾ ਹੈ, ਇਹ 3 ਕੁਐਸਚਨ ਨੇ ਇੰਟਰਨਲ ਕੁਐਸਚਨ, ਇਹ ਤਿੰਨੋਂ ਦੇ ਤਿੰਨੋਂ ਜਿਹੜੇ ਬੇਟਾ ਜੀ ਤੁਹਾਨੂੰ ਮੈਂ ਸਮਝਾਏ ਹੋਏ ਨੇ, ਇਹਨਾਂ ਦੇ ਵਿੱਚ ਇਹ ਤੁਸੀਂ ਕੰਪਲੀਟ ਕਰਨੇ ਨੇ, ਲੱਭ ਕੇ ਇਹਨਾਂ ਦੇ ਆਨਸਰ, ਅਤੇ ਇਹ ਆਨਸਰ ਜਿਹੜੇ ਆ ਉਹ ਭੇਜਣੇ ਨੇ ਗਰੁੱਪ ਦੇ ਵਿੱਚ। ਠੀਕ ਹੈ ਜੀ। ਓਕੇ ਬੇਟਾ ਜੀ, ਸੋ ਹੋਮਵਰਕ ਸਭ ਨੂੰ ਪਤਾ ਚੱਲ ਗਿਆ ਹੈ। ਤੁਹਾਨੂੰ 3 ਵਰਕ ਦਿੱਤੇ ਨੇ, ਇੱਕ ਤਾਂ ਰਾਈਟਿੰਗ ਪੇਜ ਦਿੱਤਾ ਵਾ, ਇੱਕ ਡਿਫੀਕਲਟ ਵਰਡ ਤੁਸੀਂ ਲਿਖਣੇ ਨੇ, ਪਲੱਸ ਇਹ 3 ਦੇ 3 ਕੁਐਸਚਨ ਨੇ। ਇਹਨਾਂ ਤਿੰਨਾਂ ਕੁਐਸਚਨਸ ਨੂੰ ਜਿਹੜਾ ਹੈ ਉਹਨਾਂ ਦੇ ਆਨਸਰ ਲਿਖ ਕੇ ਗਰੁੱਪ ਦੇ ਵਿੱਚ ਵਾਪਸ ਫੋਟੋ ਭੇਜਣੀ ਹੈ। ਓਕੇ ਜੀ, ਸੋ ਥੈਂਕ ਯੂ ਐਂਡ ਹੈਵ ਅ ਨਾਈਸ ਡੇ।